ਘਰ ਦੂਜਾ ਗੁਰਮੁਖ ਹਰਿ ਗੁਣ ਗਾਏ। ਹਿਰਦੈ ਰਸਨ ਰਸਾਏ। ਹਰ ਰਸਨ ਰਸਾਏ ਮੇਰੇ ਪ੍ਰਭ ਪਾਈ। ਮਿਲਿਆ ਸਹਿਜ ਸੁਭਾਈ। ਆਨੰਦ ਨ ਭੋਗ ਭੋਗੇ ਸੁਖ ਸੋਵੈ। ਸ਼ਬਦ ਰਹੇ ਲਿਵ ਲਾਏ। ਵੱਡਾ ਭਾਗ ਗੁਰ ਪੂਰਾ ਪਾਈਐ। ਅਨ ਦਿਨ ਨਾਮ ਧਿਆਈ। ਸਹਿਜੇ ਸਹਿਜ ਮਿਲਿਆ ਜਗ ਜੀਵਨ। ਨਾਨਕ ਸੁਨ ਸਮਾਏ। ਸਹਿਜੇ ਸਹਿਜ ਮਿਲਿਆ ਜਗ ਜੀਵਨ। ਨਾਨਕ ਸੁਨ ਸਮਾਏ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਸੰਗੀ ਪਿਆਰਿਓ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ। ਆਓ ਗੁਰਬਾਣੀ ਵਿਚਾਰ ਸ਼ਬਦ ਦੇ ਨਾਲ ਜੁੜਨਾ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਇੱਕੇ ਵਾਰ ਕਹਿਣ ਤੇ ਰਲ ਮਿਲ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਹੋਈ ਹੈ, ਆਪਾਂ ਨੂੰ ਗੁਰੂ ਕੀ ਪਾਵਨ ਬਾਣੀ ਪੜ੍ਹਨ ਦਾ, ਸੁਣਨ ਦਾ ਤੇ ਸਮਝਣ ਦਾ ਸੁਭਾਗ ਮਿਲਿਆ। ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਉਪਦੇਸ਼ ਸ਼ਬਦ ਨੂੰ ਜੋ ਸਾਡੇ ਸਨਮੁਖ ਪਰੋਸ ਕੇ ਰੱਖਿਆ ਹੈ, ਰਾਗ ਸੂਹੀ ਮਹਿਲਾ ਚੌਥਾ, ਚੌਥੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੂਹੀ ਰਾਗ ਦੇ ਅੰਦਰ 774 ਨੰਬਰ ਅੰਕ ਤੇ ਸੁਸ਼ੋਭਿਤ ਹੈ। ਉਸ ਪਾਵਨ ਸ਼ਬਦ ਦੇ ਇੱਕ ਬੰਦ ਨੂੰ ਆਪਾਂ ਗੈਨ ਕੀਤਾ ਹੈ ਤੇ ਇਸ ਪਾਵਨ ਸ਼ਬਦ ਦੀ ਵਿਚਾਰਧਾਰਾ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਉਹ ਆਪਾਂ ਨੂੰ ਸ਼ਬਦ ਪੜ੍ਹਿਆ ਸੁਣਿਆ ਪਤਾ ਲੱਗ ਜਾਵੇਗਾ। ਰਾਗ ਸੂਹੀ ਮਹੱਲਾ ਚੌਥਾ। ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਘਰ ਦੂਜਾ, ਦੂਜੇ ਘਰ ਦੇ ਅੰਦਰ, ਤੇ ਅੱਗੇ ਪਾਤਸ਼ਾਹ ਨੇ ਉਪਦੇਸ਼ ਕੀ ਬਖਸ਼ਿਆ, ਗੁਰਮੁਖ ਹਰਿ ਗੁਣ ਗਾਏ। ਪਾਤਸ਼ਾਹ ਨੇ ਜ਼ਿਕਰ ਕੀਤਾ ਗੁਰਮੁਖ ਦਾ। ਹੁਣ ਇੱਥੇ ਫਰਕ ਕੀ ਆ? ਪਾਤਸ਼ਾਹ ਨੇ ਜੋ ਜ਼ਿਕਰ ਕੀਤਾ ਵੀ ਗੁਰਮੁਖ ਹਰਿ ਗੁਣ ਗਾਏ, ਗੁਰੂ ਦੇ ਪਿਆਰੇ ਗੁਰਮੁਖ, ਥੋੜ੍ਹਾ ਜਿਹਾ ਆਪਾਂ ਇਉਂ ਮੰਨ ਲਈਏ, ਸਮਝ ਲਈਏ ਵੀ ਗੁਰਮੁਖ ਕੌਣ ਹੈ, ਕਿਉਂਕਿ ਜਿੰਨਾ ਵਕਤ ਆਪਾਂ ਨੂੰ ਮਨਮੁਖ ਤੇ ਗੁਰਮੁਖ ਬਾਰੇ ਨਹੀਂ ਪਤਾ ਲੱਗੇਗਾ, ਉਹਨਾਂ ਟਾਈਮ ਆਪਾਂ ਗੁਰੂ ਦੇ
ਸ਼ਬਦ ਰਾਹੀਂ ਗੁਰਮੁਖ ਦੀ ਪਰਿਭਾਸ਼ਾ ਤੇ ਮਨਮੁਖ ਦੀ ਪਰਿਭਾਸ਼ਾ ਜੋ ਕਾਵਿ ਰੂਪ ਵਿੱਚ ਦਿੱਤੀ ਗਈ ਆ ਉਹਦੇ ਅਨੁਸਾਰ ਨਹੀਂ ਸਮਝ ਸਕਾਂਗੇ। ਅਸੀਂ ਭੁਲੇਖਾ ਖਾ ਜਾਵਾਂਗੇ। ਭੁਲੇਖੇ ਦੇ ਸ਼ਿਕਾਰ ਵਿੱਚ ਹੀ ਮਨੁੱਖ ਆਪਣੀ ਜ਼ਿੰਦਗੀ ਬਰਬਾਦ ਕਰ ਬਹਿੰਦਾ। ਬਿਮਾਰੀ ਕੀ ਲੱਗੀ ਭੁਲੇਖੇ ਦੀ, ਤੇ ਭੁਲੇਖੇ ਦੀ ਬਿਮਾਰੀ ਨੇ ਸਾਰੀ ਜ਼ਿੰਦਗੀ ਨੂੰ ਫਨਾਹ ਕਰ ਦਿੱਤਾ, ਤਬਾਹ ਕਰ ਦਿੱਤਾ। ਇਸ ਕਰਕੇ ਭੁਲੇਖਾ ਇਹ ਸਾਡਾ ਨਿਕਲ ਜਾਵੇ, ਗੁਰਮੁਖ ਕੌਣ ਤੇ ਮਨਮੁਖ ਕੌਣ, ਫਿਰ ਆਪਾਂ ਗੁਰੂ ਦੇ ਦਰਸਾਏ ਮਾਰਗ ਨੂੰ ਅਪਣਾ ਸਕਦੇ ਹਾਂ। ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ, ਗੁਰਮੁਖ ਹਰ ਗੁਣ ਗਾਏ। ਇੱਕ ਤੁਕ ਹੈ, ਉਸ ਤੁਕ ਦੇ ਵਿੱਚ 4 ਹੀ ਪਾਤਸ਼ਾਹ ਨੇ ਲਫ਼ਜ਼ ਬੋਲੇ ਨੇ, ਗੁਰਮੁਖ ਹਰ ਗੁਣ ਗਾਏ। ਗੁਰਮੁਖ ਵਿਅਕਤੀ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸਾਡਾ ਸਵਾਲ ਆ ਇੱਕ ਮਾਲਕ ਜੀ ਨੂੰ ਵੀ, ਹੇ ਸੱਚੇ ਪਾਤਸ਼ਾਹ, ਕੀ ਗੁਰਮੁਖ ਹੀ ਗਾ ਸਕਦਾ ਗੁਣ, ਮਨਮੁਖ ਨਹੀਂ ਗਾ ਸਕਦਾ? ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਸਮਝਾਓ। ਤੇ ਫਿਰ ਗੁਰੂ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ, ਕਹਿੰਦੇ ਰੱਬੀ ਗੁਣ ਗਾਉਣ ਦਾ ਤਰੀਕਾ ਇਹ ਹੈ ਕਿ ਆਪਣੇ ਅੰਤਰੀਵ ਭਾਵ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਸਮਝ ਲਈਏ। ਗੁਰੂ ਨੂੰ ਕਹਿ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਆਪਾਂ ਸਮਝ ਲਈਏ। ਗੁਰਮੁਖ ਦੀ ਪਰਿਭਾਸ਼ਾ ਫਿਰ ਗੁਰੂ ਕੀ ਦਿੰਦਾ ਵੀ ਕਿਉਂ ਗੁਣ ਗਾਉਂਦਾ ਉਹ, ਆਪਾਂ ਇਉਂ ਪੁੱਛਿਆ ਨਾ। ਫਿਰ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਇਸ ਕਰਕੇ ਗੁਣ ਗਾਉਂਦਾ, ਉਹਦੇ ਗੁਣ ਗਾਉਣ ਦਾ ਤਰੀਕਾ ਇਸ ਕਰਕੇ ਹੈ, ਉਹਦੇ ਗੁਣਾਂ ਦੇ ਵਿੱਚ ਵਾਧਾ ਹੁੰਦਾ ਹੈ। ਕਿਉਂਕਿ ਉਹ ਗੁਰਮੁਖ ਗੁਣ ਪਰਮਾਤਮਾ ਦੇ ਗੁਰੂ ਦੇ ਸਨਮੁਖ ਰਹਿ ਕੇ ਗਾਉਂਦਾ। ਗੁਰੂ ਦੇ ਸਨਮੁਖ ਮਤਲਬ ਗੁਰੂ ਨੂੰ ਹਰ ਟਾਈਮ ਆਪਣੇ ਧਿਆਨ ਵਿੱਚ ਰੱਖਦਾ, ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਉਹ ਵਰਤਦਾ ਗਾ। ਮੰਨ ਲਵੋ ਗੁਰੂ ਨੂੰ ਉਹ ਵੇਖਦਾ ਨਹੀਂ ਸਮਾਜ ਦੇ ਵਾਂਗੂ, ਉਹ ਗੁਰੂ ਕੋਲੇ ਆ ਕੇ ਰਸਮ ਪੂਰਤੀ ਨਹੀਂ ਕਰਦਾ, ਉਹ ਗੁਰੂ ਕੋਲੇ ਆ ਕੇ ਮਨ ਦੀ ਮਰਜ਼ੀ ਨਹੀਂ ਕਰਦਾ, ਉਹ ਗੁਰੂ ਕੋਲੇ ਆ ਕੇ ਜੋ ਗੁਰ ਕਹਿੰਦਾ ਉਹਦੇ ਅਨੁਸਾਰ ਚੱਲਦਾ, ਉਹਨੂੰ ਗੁਰਮੁਖ ਕਹਿੰਦੇ ਨੇ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵੇ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰ ਕੀ ਆਗਿਆ ਗੁਰੂ ਦਾ ਹੁਕਮ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ, ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਨੇ ਪਾਈ। ਗੁਰਮੁਖ ਦੀ ਪਰਿਭਾਸ਼ਾ ਪਾਤਸ਼ਾਹ ਜੀ ਕਹਿੰਦੇ ਜੋ ਗੁਰੂ ਦੀ ਗੱਲ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਜਿਉਂਦੇ ਨੇ। ਜਿਨ੍ਹਾਂ ਨੇ ਮਨ ਦੀ ਗੱਲ ਨੂੰ ਮੁੱਖ ਰੱਖਿਆ ਉਹ ਮਨਮੁਖ। ਇੰਨੀ ਫਰਕ ਆ ਨਾ। ਮਨ ਦੀ ਗੱਲ ਨੂੰ ਭਾਵ ਆਪਣੇ ਦੁਨਿਆਵੀ ਤਲ ਤੇ ਸਰੀਰਕ ਕਰਮ ਤੇ ਗਿਆਨ ਇੰਦਰੀਆਂ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਫਰਕ ਆ ਨਾ। ਮਨ ਆ ਜਿਹੜਾ ਉਹ ਸਾਡੇ ਸਰੀਰ ਦੇ ਹਰ ਇੱਕ ਇੰਦਰੀ ਦੇ ਵਿੱਚ, ਇੰਦਰੀਆਂ ਦੇ ਵਿੱਚ ਸਮਾਇਆ ਹੋਇਆ ਮਨ। ਕਿਵੇਂ? ਇਸੇ ਕਰਕੇ ਮਨ ਦਾ ਜਿਹੜਾ ਦਬਾਅ ਸਾਡੇ ਤੇ ਜ਼ਿਆਦਾ, ਮਨ ਦੀ ਕਹੀ ਹੋਈ ਗੱਲ ਨੂੰ ਬੰਦਾ ਇਸੇ ਕਰਕੇ ਜ਼ਿਆਦਾ ਸੁਣਦਾ, ਜ਼ਿਆਦਾ ਮੰਨਦਾ। ਉਦਾਹਰਨ ਵਜੋਂ ਸਮਝੋ ਵੀ ਸਾਡੀਆਂ ਅੱਖਾਂ ਨੇ ਕੁਝ ਵੇਖਿਆ ਤੇ ਅੰਦਰੋਂ ਜਵਾਬ ਕੀ ਆਇਆ? ਮਨ ਨੂੰ ਦਰਸ਼ਨ ਕਰਕੇ ਆਨੰਦ ਆ ਗਿਆ, ਨਜ਼ਾਰਾ ਆ ਗਿਆ। ਗੱਲ ਕਿੱਥੇ ਗਈ ਆ? ਮਨ ਤੇ। ਦਰਸ਼ਨ ਅੱਖਾਂ ਨੇ ਕੀਤੇ ਆ, ਨਜ਼ਾਰਾ ਮਨ ਨੂੰ ਆਇਆ। ਜੀਵ ਨੇ ਭੋਜਨ ਛਕਿਆ ਤੇ ਮਨ ਨੂੰ ਆਪਾਂ ਕਹਿੰਦੇ ਮਨ ਸੰਤੁਸ਼ਟ ਹੋ ਗਿਆ, ਢਿੱਡ ਪੇਟ ਭਰ ਗਿਆ, ਮਨ ਸੰਤੁਸ਼ਟ ਹੋ ਗਿਆ। ਗੱਲ ਮਨ ਦੀ ਆਈ ਆ। ਕੰਨਾਂ ਨੇ ਕੁਝ ਸੁਣ ਲਿਆ, ਸਾਡੇ ਕੰਨਾਂ ਨੇ ਕੁਝ ਸੁਣ ਲਿਆ ਤੇ ਮਨ ਨੂੰ
ਸਕੂਨ ਆਇਆ, ਆਪਾਂ ਕਹਿੰਦੇ ਹਾਂ ਮਨ ਨੂੰ ਆਨੰਦ ਆ ਗਿਆ, ਮਨ ਨੂੰ ਨਜ਼ਾਰਾ ਆ ਗਿਆ, ਸਾਡਾ ਮਨ ਤਸੱਲੀਯੋਗ ਹੋ ਗਿਆ। ਮਤਲਬ ਅਸੀਂ ਕੋਈ ਵੀ ਕਰਮ ਕਰੀਏ ਆਪਾਂ ਆਪਣੇ ਮਨ ਨੂੰ ਮੁੱਖ ਰੱਖਦੇ ਹਾਂ, ਤੇ ਮਨ ਨੂੰ ਮੁੱਖ ਰੱਖਣ ਵਾਲਾ ਗੁਰੂ ਸਾਹਿਬ ਕਹਿੰਦੇ ਮਨ ਮੁੱਖਾ ਭਾਈ। ਮਨ ਸਾਡੇ ਹਰ ਇੱਕ ਸਰੀਰ ਦੇ ਪਾਰਟ ਵਿੱਚ ਸਮਾਇਆ ਹੋਇਆ, ਇੰਦਰੇ ਚਾਹੇ ਕਰਮ ਇੰਦਰੇ ਨੇ। ਤੇ ਇਸੇ ਕਰਕੇ ਜਿਸ ਵਸਤੂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਵਰਤਾਂਗੇ, ਜ਼ਿਆਦਾ ਵਰਤ ਰਹੇ ਹਾਂ, ਸੁਭਾਵਿਕ ਗੱਲ ਆ ਵੀ ਉਹਦੇ ਪਿੱਛੇ ਲੱਗੀ ਜਾਂਦਾ ਭਾਈ। ਤੇ ਜੇ ਕਿਤੇ ਮਨ ਦੀ ਥਾਂ ਤੇ ਗੁਰੂ ਆ ਜਾਵੇ ਫਿਰ ਆਪਾਂ ਨੂੰ ਪਤਾ ਸਾਡੀ ਜ਼ਿੰਦਗੀ 'ਚ ਅਸੀਂ ਗੁਰਮੁਖ ਅਖਵਾਵਾਂਗੇ। ਜਦੋਂ ਆਪਾਂ ਕਿਸੇ ਦੁਕਾਨ ਤੇ ਸੌਦਾ ਖਰੀਦੀਏ ਨਾ ਤੇ ਬੰਦਾ ਸੌਦਾ ਜਿਹੜਾ ਖਰੀਦਣ ਤੋਂ ਪਹਿਲਾਂ ਨਾ ਆਪਣੇ ਮਨ ਨੂੰ ਪੁੱਛਦਾ, ਮੇਰੇ ਮਨ ਨੂੰ ਇਹ ਕੱਪੜਾ ਵਧੀਆ ਨਹੀਂ ਲੱਗਿਆ, ਮੇਰੇ ਮਨ ਨੂੰ ਇਹ ਸੌਦਾ ਚੰਗਾ ਨਹੀਂ ਲੱਗਿਆ, ਮੇਰੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਗੱਲ ਕਿਹਦੀ ਆ ਰਹੀ ਆ? ਮਨ ਦੀ। ਇੱਕ ਵਾਰ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਜੇ ਗੁਰੂ ਪਦਵੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਹੁੰਚੇ ਨਹੀਂ। ਅਜੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਾ ਬਾਬਾ ਜੇਠਾ ਜੀ ਦੇ ਰੂਪ ਵਿੱਚ ਨੇ, ਤੇ ਗੁਰੂ ਸਾਹਿਬ ਜੀ ਨੇ ਚਰਚਾ ਕਰਨ ਦੇ ਲਈ ਲਾਹੌਰ ਭੇਜਿਆ। ਗੁਰੂ ਸਾਹਿਬ ਜੀ ਨੂੰ ਭੇਜਿਆ ਨਾ, ਦੇਖੋ ਇੱਥੇ ਗੱਲ ਬੜੀ ਕਮਾਲ ਦੀ ਆ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਆਰੰਭਤਾ ਚਰਚਾ ਦੀ, ਵਿਚਾਰ ਦੀ, ਗੋਸ਼ਟੀ ਕਹਿ ਲਓ, ਤੇ ਸਿੱਧ ਗੋਸ਼ਟ ਤਾਂ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਠ ਵੀ ਹੈ। ਸਿੱਧ ਗੋਸ਼ਟ ਮਤਲਬ ਸਿੱਧਾਂ ਦੇ ਨਾਲ ਗੋਸ਼ਟੀ, ਸਿੱਧਾਂ ਦੇ ਨਾਲ ਚਰਚਾ। ਇੱਥੋਂ ਸਿੱਧ ਹੁੰਦੀ ਆ ਵੀ ਗੁਰਬਾਣੀ ਚਰਚਾ ਦਾ ਵਿਸ਼ਾ ਹੀ ਆ, ਪਰ ਗੁਰਬਾਣੀ ਸੱਚ ਦੇ ਆਧਾਰ ਤੇ ਚਰਚਾ ਕਰਦੀ ਹੈ। ਇੱਕ ਚਰਚਾ ਆਮ ਹੁੰਦੀ ਆ ਸੱਥਾਂ 'ਚ, ਖੁੰਡਾਂ ਤੇ, ਖੁੰਡ ਚਰਚਾ, ਸੱਥ ਚਰਚਾ, ਪਿੰਡ ਚਰਚਾ, ਨਾਮ ਚਰਚਾ ਵੀ ਰੱਖਿਆ ਪਿਆ ਹੁੰਦਾ, ਬਹੁਤਿਆਂ ਦੇ ਨਾਮ ਉੱਤੇ ਲਿਖਿਆ ਪਿਆ ਮੋਟੇ ਅੱਖਰਾਂ ਤਾਂ ਇਹ ਕੀ ਹੈ? ਨਾਮ ਚਰਚਾ ਨਾ। ਇੱਥੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਉਹ ਚਰਚਾਵਾਂ ਨਹੀਂ, ਇੱਥੇ ਚਰਚਾ ਹੁੰਦੀ ਆ ਪਰ ਹੁੰਦੀ ਸੱਚ ਦੇ ਆਧਾਰ ਤੇ ਆ। ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਇਹ ਚਰਚਾ ਹੁੰਦੀ ਰਹੀ ਭਾਈ। ਕਦੇ ਕਿਸੇ ਨੂੰ ਗੁਰੂ ਦੇ ਘਰ ਨੇ ਜਵਾਬ ਨਹੀਂ ਦਿੱਤਾ, ਬਾਬੇ ਨਾਨਕ ਨੇ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਵੀ ਨਹੀਂ ਅਸੀਂ ਗੋਸ਼ਟੀ ਨਹੀਂ ਕਰਨੀ, ਅਸੀਂ ਚਰਚਾ ਨਹੀਂ ਕਰਨੀ। ਜਦੋਂ ਵੀ ਕੋਈ ਆਇਆ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਆ, ਚਰਚਾ ਕਰਨੀ ਆ, ਦਰਵਾਜ਼ਾ ਖੁੱਲ੍ਹਾ ਵੀ ਆਓ ਤੇ ਅਸੀਂ ਚਰਚਾ ਕਰਨ ਦੇ ਲਈ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹਾਂ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠਾ ਜੀ ਨੂੰ ਚਰਚਾ ਕਰਨ ਦੇ ਲਈ ਅਕਬਰ ਦੇ ਦਰਬਾਰ ਭੇਜਿਆ। ਤੇ ਬਾਬਾ ਜੇਠਾ ਜੀ ਤੁਰੇ ਆ ਨਾ, ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਕੀ ਆਉਂਦਾ, ਤੁਸੀਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਨਾ, ਸਾਨੂੰ ਚਰਚਾ ਕਰਨੀ ਨਹੀਂ ਆਉਂਦੀ। ਜੋ ਉਹ ਸਵਾਲ ਕਰਨਗੇ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਕਿਵੇਂ ਦੇ ਸਕਦੇ ਹਾਂ? ਸਾਡੀ ਇੰਨੀ ਬੁੱਧੀ ਨਹੀਂ ਹੈ, ਅਸੀਂ ਤਾਂ ਅਣਜਾਣ ਆ, ਕਿਸੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਕਿਤੇ ਪੜ੍ਹੇ ਨਹੀਂ, ਅਜੇ ਤੁਹਾਡੇ ਦਰ ਤੇ ਵੀ ਬਹੁਤਾ ਵਕਤ ਨਹੀਂ ਗੁਜ਼ਰਿਆ, ਥੋੜਾ ਵਕਤ ਗੁਜ਼ਰਿਆ, ਸਾਡਾ ਕੋਈ ਅਭਿਆਸ, ਸਾਡਾ ਕੋਈ ਤਜਰਬਾ ਵੀ ਜ਼ਿਆਦਾ ਨਹੀਂ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਬਸ ਗੁਰੂ ਨੂੰ ਮੁੱਖ ਰੱਖ ਕੇ ਗੱਲ ਕਰੀ, ਜਿੱਤ ਹੋਵੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿੰਦੇ ਨੇ? ਗੁਰੂ ਨੂੰ ਮੁੱਖ ਰੱਖ ਕੇ ਗੱਲ ਕਰੀ, ਜਿੱਤ ਹੋਵੇਗੀ। ਤੇ ਇਹੀ ਗੱਲ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਰਾਮ ਰਾਏ ਨੂੰ ਕਹੀ ਸੀ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਚਰਚਾ ਕਰਨ ਗਏ ਨੇ। ਅੱਜ ਆਪਣੀ ਵਿਚਾਰ ਕੀ ਚੱਲੀ ਹੈ? ਗੁਰਮੁਖ। ਤੇ ਗੁਰਮੁਖ ਕੌਣ? ਆ ਜਿਹਨੂੰ ਗੁਰੂ ਦੀ ਗੱਲ ਨੂੰ ਮੁੱਖ ਰੱਖ ਕੇ ਗੱਲ ਕਰਨ ਦਾ ਤਰੀਕਾ ਆ ਗਿਆ। ਤੇ ਹੁਣ ਅੱਜ ਅਸੀਂ ਫੇਲ ਕਿਉਂ ਆ? ਅੱਜ ਅਸੀਂ ਭਰੀ ਪੰਚਾਇਤ 'ਚ, ਭਰੇ ਇਕੱਠ ਦੇ ਵਿੱਚ, ਭਰੀ ਸੱਥ ਦੇ ਵਿੱਚ ਕਿਉਂ ਉਦਾਸ ਹੋ ਜਾਂਦੇ ਆ? ਕਿਉਂ ਅਸੀਂ ਨੀਵੇਂ ਹੋ ਜਾਂਦੇ ਆ? ਕਿਉਂਕਿ ਜੋ ਉੱਥੇ ਵਿਸ਼ਾ ਉਹ ਸਾਡਾ ਕਿਸੇ ਬੰਦੇ ਨੂੰ ਮੁੱਖ ਰੱਖ ਕੇ ਗੱਲ ਕਰਨ ਦਾ ਹੁੰਦਾ, ਗੁਰੂ ਨੂੰ ਮੁੱਖ ਰੱਖ ਕੇ ਗੱਲ ਕਰਨ ਦਾ ਨਹੀਂ ਹੁੰਦਾ। ਸੱਚ ਜਾਣੋ, ਜਿੱਦੇ ਭਰੇ ਇਕੱਠ, ਭਰੀ ਪੰਚਾਇਤ, ਭਰੀ ਸੱਥ, ਕਿਸੇ ਵੱਡੇ ਤੋਂ ਵੱਡੇ ਮਹਾਨ ਲੀਡਰ ਦੇ ਦਰਬਾਰ ਵਿੱਚ ਤੁਹਾਨੂੰ ਚਰਚਾ ਕਰਨ ਦਾ ਮਤਲਬ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੇ ਨਾ, ਤੇ ਗੱਲ ਗੁਰੂ ਨੂੰ ਮੁੱਖ ਰੱਖ ਕੇ ਕਰਿਓ। ਤੇ ਕਦੇ ਵੀ
फेल नहीं होवांगे, हमेशा जित होवेगी। हुण जिहड़ी गल गुरु अमरदास महाराज जी गुरु रामदास महाराज नूं रामदास महाराज बनन तो पहलां बाबा जेठा जी दे रूप च कहिंदे ने, यही गल राम राय नूं गुरु हरराय साहब ने कही आ। औरंगजेब बड़े तेज आ, बहुत ज़्यादा पढ़िया लिखिया, ते उन्हां दे दरबार विच तां गलबात करनी है ना, उत्थे जाके चर्चा करनी ना, पर जिहड़ी चर्चा हो गुरु नूं मुख रख के गल करी जित होवेगी। पर आपां नूं पता राम राय ने गुरु नूं मुख रखण दी बजाए मन नूं मुख रख लिया, फेल हो गया। सारे दा सारा घोल सी ना, जिन्ना जिन्ना मतलब कि उन्हां दा जीवन दा पंध सी पास होने वाला, वो सारे दे सारे विचों फेल हो गया, उदास हो गया, कुछ नहीं खट्टिया। हुण इत्थे जिहड़ी गल आपां करनी चाहुंदे आ, धन गुरु अमरदास महाराज जी ने किरपा कीती आ बाबा जेठा जी ते। हुण बाबा जेठा जी आपां नूं पता अकबर दे दरबार विच जित गए, क्योंकि गल जिन्नी कीती है गुरु नूं मुख रख के कीती है ना। अकबर बड़ा खुश होया, क्योंकि अकबर ने गुरु साहब दे नाल इउं कह लो सरल भाषा दे विच भी गुरु घर दे नाल अकबर ने 3 वारी चर्चा कीती आ, ते 3 वारी अकबर खुश होया गुरु दीयां गल्लां सुण के। मौके दा बादशाह जिहड़ा सिख धर्म दे नाल संबंधित नहीं है, हालांकि उहदा परिवार उहदे इर्द गिर्द रहण वाले सारे विरोधी ने, पर मौके दा बादशाह गुरु दीयां गल्लां सुण के खुश हुंदा, चर्चा होने के बावजूद। जो खुश हो गया ना, जित किहदी हुई है? धन गुरु अमरदास महाराज दे दरबार विचों गए हुए बाबा जेठा जी दी। हुण लाहौर दे विच बाबा जेठा जी नूं बधाइयां दिंदे ने, कहंदे तुहानूं बधाइयां, तुसीं अकबर दे दरबार विच विचार चर्चा विच जित गए। ते हुण बाबा जेठा जी कहंदा जित मेरी नहीं होई, जित गुरु दी आ, जित मेरी नहीं जित गुरु दी आ। कदे यही बचन पहले दूजे तीजे चौथे रूप विच कहे गए, ते यही बचन दशमेश पातशाह ने 10वें जामे विच कहे। सोच के वेखो, एक 6 जामिਆਂ तो बाद शरीर आउंदा, एक 6 जामिਆਂ तो पहला शरीर आ, वो भी की कहंदा जित गुरु दी आ, जित धन गुरु अमरदास महाराज जी दी आ, जित मेरी नहीं है। उन्हां ने अपनी जित नहीं मन्नी। ते इत्थे 10वें पातशाह नूं पहले युद्ध समय संगतां ने नेड़ले मित्रां ने वधाइयां दित्तियां ना, गुरु गोबिंद सिंह महाराज तुहानूं वधाइयां होवण, तुसीं पहले जंग दे विचों जित गए। ते पातशाह ने की कहा जित मेरी नहीं, जित ओ अकाल पुरख वाहिगुरू दी आ। वाहिगुरू जी का खालसा, वाहिगुरू जी की फतेह। ये खालसा भी वाहिगुरू दा ते फतेह भी वाहिगुरू दी है। हुण इत्थे चलो जिहड़ी गल आपां करनी सी, भी अपना जिहड़ा विशा हुंदा मेन मन नूं पुछ के गल करन दा, ते जदों मन तो उपर उठ गया मनुख ना, उदों गुरु नूं पुछ के गल करन लग जांदा। आपां दुकान ते गए, कपड़ा खरीदिया ते मन नूं पुछ के खरीदिया। कुछ सब्जी भाजी ला लो, कुछ भी ला लो, खाण पीण हंडाउण वाली वस्तु कुछ भी लाइए, ते आपां मन नूं पुछ के कहने आ भी मन मनदा जां नहीं मनदा। ते आपां नूं कहे भी भाई साहब तू दुध पानी चाह पानी प्रशादा छक के जाओ, ते आपां कहे मेरा मन नहीं मनदा, नहीं मेरा मन जी नहीं करदा गा। इत्थे सिद्ध की हुंदा भी हर गल मन नूं पुछ के कीती जांदी है, तां असीं की आ मनमुख। ते जे गुरु नूं पुछ के गल करिए ते गुरु पुछ के गल करन दे नाल असीं बन जावांगे गुरमुख। हुण बाबा जेठा जी ने ना गुरु दे दरबार लई अपने वल्लों कुछ कपड़ा खरीदण दी चाहत पैदा कीती, भी जित हुई है ना, गुरु दे वस्त्रां लई कुछ कपड़ा लेके चले गए। जिवें अपने अंदर एक चाह पैदा हुंदा भी साडे घर दे विच खुशी है, ते आपां गुरु साहब नूं रुमाला जिन्हों आपां गुरु दी पोशाक कह दिंदे भी गुरु वास्ते पोशाक लै चले गए। हुण लाहौर दीयां गलियां दे विच बाज़ार दे विच ना धन गुरु अमरदास महाराज जी दे दरबार वास्ते जां गुरु साहब वास्ते कह लो, बाबा जेठा जी कपड़े दुकान ते चले गए, पर कपड़ा खरीदण जोगी माया कोले नहीं है। चले जरूर गए। ਜਦੋਂ गए आ ना, इत्थे इतिहासक तत्थ दसदे ने, कहंदे जदों बाबा जेठा जी ने कपड़ा पसंद करन दी अपने अंदरों तमन्ना पैदा कीती ना भी मैं कपड़ा पसंद करा, हुण लोग अखां खोल के कपड़ा वेखदे ने, खिच के वेखदे आ, रंग वेखदे ने, उहदी क्वालिटी वेखदे ने भी चंगा जां माड़ा, पुछदे ने।
ਕੱਪੜਾ ਵੇਚਣ ਵਾਲੇ ਨਾਲ ਗੱਲਬਾਤ ਕਰਦੇ ਨੇ, ਪਰ ਇੱਥੇ ਪਹਿਲਾ ਕੱਪੜਾ ਰੱਖਿਆ ਗਿਆ, ਲਓ ਭਾਈ ਤੁਹਾਨੂੰ ਆਹ ਕੱਪੜਾ ਚਾਹੀਦਾ, ਮਿਲ ਗਿਆ। ਹੁਣ ਅੱਖਾਂ ਖੋਲ ਕੇ ਨਹੀਂ, ਅੱਖਾਂ ਬੰਦ ਕਰਕੇ ਬਾਬਾ ਜੇਠਾ ਜੀ ਕੱਪੜਾ ਪਸੰਦ ਕਰਦੇ ਨੇ। ਇੱਦਾਂ ਕੱਪੜਾ ਹੱਥ ਵਿੱਚ ਚੁੱਕ ਲੈਂਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ ਤੇ ਫਿਰ ਸਿਰ ਮਾਰ ਕੇ ਰੱਖ ਦਿੰਦੇ ਨੇ। ਫਿਰ ਕੱਪੜਾ ਚੁੱਕਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ, ਫਿਰ ਕੀ ਆ, ਸਿਰ ਮਾਰ ਕੇ ਫਿਰ ਕੱਪੜਾ ਰੱਖ ਦਿੰਦੇ ਨੇ। ਆਖਰਕਾਰ ਉਹ ਦੁਕਾਨਦਾਰ ਬੋਲ ਪਿਆ, ਕਹਿੰਦਾ ਕਮਲਿਆ, ਲੋਕ ਆਉਂਦੇ ਨੇ ਅੱਖਾਂ ਖੋਲ ਕੇ ਕੱਪੜਾ ਪਸੰਦ ਕਰਦੇ ਨੇ, ਪਰ ਤੇਰੀ ਇਹ ਅਵਸਥਾ ਤੋਂ ਮੈਂ ਹੈਰਾਨ ਆ। ਤੂੰ ਅੱਖਾਂ ਮੀਚ ਕੇ ਕੱਪੜਾ ਸਿਰ ਮਾਰ ਕੇ ਰੱਖ ਦਿੰਦਾ ਹੈ, ਕਿਉਂ? ਤੇ ਪਤਾ ਕੀ ਕਿਹਾ, ਮੇਰਾ ਗੁਰੂ ਜਵਾਬ ਦੇਈ ਜਾਂਦਾ। ਇੱਥੇ ਆਪਣਾ ਲਫ਼ਜ਼ ਕੀ ਹੁੰਦਾ, ਮੇਰਾ ਮਨ ਨਹੀਂ ਮੰਨਦਾ। ਉੱਥੇ ਬਾਬਾ ਜੇਠਾ ਜੀ ਕਹਿੰਦੇ ਨੇ ਮੇਰਾ ਗੁਰੂ ਜਵਾਬ ਦੇ ਰਿਹਾ ਵੀ ਨਹੀਂ, ਨਾ ਖਰੀਦ, ਨਾ ਖਰੀਦ। ਮੇਰਾ ਗੁਰੂ ਕਹਿੰਦਾ ਵੀ ਰਹਿਣ ਦੇ। ਉਹ ਕਹਿੰਦਾ ਕਮਾਲ ਦੀ ਗੱਲ ਆ, ਮੈਂ ਇਹ ਵੇਖ ਰਿਹਾਗਾ ਵੀ ਮੇਰੇ ਗੁਰੂ ਦੇ ਆਹ ਰੰਗ ਫਿੱਟ ਆਊ। ਗੁਰੂ ਫਿਰ ਜਵਾਬ ਦੇ ਦਿੰਦਾ, ਗੁਰੂ ਫਿਰ ਜਵਾਬ ਦਿੰਦਾ। ਮਤਲਬ ਮੈਂ ਕੱਪੜਾ ਭਾਵੇਂ ਲਾਹੌਰ ਵਿੱਚ ਖਰੀਦਾਂ ਤੇ ਪਰ ਪਹਿਨਣਾ ਮੇਰੇ ਗੁਰੂ ਨੇ ਆ, ਤੇ ਮੈਂ ਇਹ ਵੇਖਦਾ ਆਹ ਕੱਪੜਾ ਮੇਰੇ ਗੁਰੂ ਨੂੰ ਫਿੱਟ ਰਹੂਗਾ, ਪਸੰਦ ਰਹੂਗਾ, ਸੋਹਣਾ ਲੱਗੂਗਾ, ਮੈਂ ਇਹ ਵੇਖਦਾ। ਪਰ ਮੇਰਾ ਗੁਰੂ ਨਾ ਮੈਨੂੰ ਬਾਰ-ਬਾਰ ਜਵਾਬ ਦੇਈ ਜਾਂਦਾ ਹੈਗਾ, ਰਹਿਣ ਦੇ। ਆਖਰਕਾਰ ਮੁੜ ਆਇਆ। ਚਲੋ ਉਹ ਇਤਿਹਾਸ ਵੱਖਰਾ ਇੱਕ ਅਲੱਗ ਹੈਗਾ, ਪਰ ਇੱਥੇ ਆਪਾਂ ਨੁਕਤਾ ਕੀ ਲੈਤਾ ਵੀ ਅਸੀਂ ਕਿਸੇ ਦੁਕਾਨ ਤੇ ਜਾਈਏ ਤੇ ਮਨ ਨੂੰ ਪੁੱਛਦੇ ਹਾਂ ਮਨ ਕੀ ਕਹਿੰਦਾ। ਇੱਥੇ ਬਾਬਾ ਜੇਠਾ ਜੀ ਪੁੱਛਦੇ ਨੇ ਗੁਰੂ ਕੀ ਕਹਿੰਦਾ ਹੈਗਾ। ਇੰਨਾ ਹੀ ਫਰਕ ਆ ਬਸ ਮਨਮੁਖ ਤੇ ਗੁਰਮੁਖ 'ਚ। ਗੁਰਮੁਖ ਹਰ ਵਕਤ ਗੁਰੂ ਦੀ ਗੱਲ ਸੁਣ ਕੇ ਮੰਨਦਾ ਤੇ ਮਨਮੁਖ ਆਪਣੇ ਮਨ ਦੀ ਗੱਲ ਕਰਦਾ ਗਾ। ਤੇ ਆਪਾਂ ਦੇਖ ਲਓ, ਮੌਤ ਆ ਚਾਹੇ ਜਨਮ ਚਾਹੇ ਖੁਸ਼ੀ ਵਿਆਹ ਚਾਹੇ ਜੋ ਗੱਲ ਹੁੰਦੀ ਆ ਮਨ ਨੂੰ ਪੁੱਛ ਕੇ, ਮਨ ਕੀ ਕਹਿੰਦਾ ਉਵੇਂ ਕਰਾਂਗੇ। ਤੇ ਗੁਰੂ ਕੀ ਕਹਿੰਦਾ, ਨਹੀਂ। ਕਾਸ਼ ਜਿੱਦੇ ਗੁਰੂ ਨੂੰ ਪੁੱਛ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਨਾ ਤਾਂ ਆਪਾਂ ਗੁਰਮੁਖ ਬਣ ਜਾਵਾਂਗੇ ਤੇ ਨਾਲੇ ਸਾਡਾ ਗੁਰੂ ਖੁਸ਼ ਹੋਵੇਗਾ, ਸਾਡਾ ਮਾਲਕ ਸਾਡਾ ਪਰਮੇਸ਼ਰ ਖੁਸ਼ ਹੋਵੇਗਾ। ਸਿੱਧੀ ਜੀ ਗੱਲ ਆ, ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਆ ਨਾ, ਮਾਤਾ ਪਿਤਾ ਉਤੇ ਬਹੁਤ ਖੁਸ਼ ਹੁੰਦੇ ਨੇ। ਚਲੋ ਕਹਿਣ ਤੋਂ ਭਾਵ ਇੱਥੇ ਪਾਤਸ਼ਾਹ ਲਿਖਦੇ ਨੇ ਗੁਰਮੁਖ ਹਰ ਗੁਣ ਗਾਏ। ਗੁਰਮੁਖ ਦੀ ਪਰਿਭਾਸ਼ਾ ਗੁਰੂ ਨੂੰ ਮੁੱਖ ਰੱਖ ਕੇ ਗੱਲ ਕਰਨੀ, ਗੁਰੂ ਅਨੁਸਾਰ ਜੀਵਨ ਜਿਉਣਾ। ਤੇ ਨਹੀਂ ਸਾਡੇ ਹਰ ਇੱਕ ਕਰਮ ਇੰਦਰੇ ਤੇ ਗਿਆਨ ਇੰਦਰੇ ਵਿੱਚ ਮਨ ਆ ਜਿਹੜਾ ਨਾ, ਉਹ ਆਪਣਾ ਕਿਤੇ ਨਾ ਕਿਤੇ ਪੌਦਾ ਬੂਟਾ ਲਾਈ ਬੈਠਾ ਗਾ। ਜਦੋਂ ਵੀ ਗੱਲ ਹੁੰਦੀ ਆ ਉਹ ਮਨ ਦੀ ਹੁੰਦੀ ਆ। ਮੇਰੇ ਕੰਨਾਂ ਨੇ ਸੁਣਿਆ, ਮਨ ਨੂੰ ਬੜਾ ਚੰਗਾ ਲੱਗਿਆ। ਜੀਭ ਨੇ ਖਾਧਾ, ਰਸ ਮਾਣਿਆ, ਮਨ ਨੂੰ ਬੜਾ ਵਧੀਆ ਲੱਗਿਆ। ਅੱਖਾਂ ਨੇ ਵੇਖਿਆ, ਜੀ ਮੇਰੇ ਮਨ ਨੂੰ ਬੜਾ ਪਸੰਦ ਆਇਆ। ਗੱਲ ਮਨ ਤੇ ਪਹੁੰਚ ਜਾਂਦੀ ਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨਮੁਖ ਨਹੀਂ, ਆਪਾਂ ਗੁਰਮੁਖ ਬਣਨਾ ਹੈ। ਫਿਰ ਜਦੋਂ ਗੁਰਮੁਖ ਬਣ ਗਏ ਨਾ, ਫਿਰ ਸਾਡਾ ਜੀਵਨ ਆ ਜਿਹੜਾ ਇਹ ਪਾਕ ਤੇ ਪਵਿੱਤਰ ਹੋ ਜਾਵੇਗਾ। ਫਿਰ ਸਾਡੇ ਜੀਵਨ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਜਗਤ ਵਿੱਚ ਵੀ ਤੇ ਗੁਰੂ ਵੱਲੋਂ ਵੀ ਸਲਾਮਾਂ ਹੋਣੀਆਂ ਨੇ। ਫਿਰ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਹਿਰਦੈ ਰਸਨ ਰਸਾਏ, ਆਪਣੇ ਹਿਰਦੇ ਦੇ ਵਿੱਚ ਰਸਨ ਰਸਾਏ, ਮਤਲਬ ਆਪਣੇ ਹਿਰਦੇ ਦੇ ਰਾਹੀਂ ਤੂੰ ਆਤਮਿਕ ਰਸ ਨੂੰ ਮੰਨਣਾ ਹੈ। ਸਾਡੇ ਸਾਰੇ ਸਰੀਰ ਦਾ ਮੇਨ ਹਿੱਸਾ ਉਹ ਆਪਾਂ ਸਾਰੇ ਸਮਝ ਗਏ ਮਨ ਹੈ। ਹਰ ਇੱਕੋ ਅੰਗ ਦੇ ਵਿੱਚ ਕੰਮ ਕਰਦਾ, ਹਰ ਇੱਕ ਥਾਂ ਤੇ ਕੰਮ ਕਰਦਾ। ਚਲੋ ਹੁਣ ਸਰੀਰਕ ਅੰਗਾਂ ਦੇ ਵਿੱਚੋਂ ਵੇਖੀਏ ਤਾਂ ਕੀ ਹੈ, ਸਰੀਰਕ ਅੰਗਾਂ ਦੇ ਵਿੱਚੋਂ ਜਿਹੜੀ ਜੀਭ ਆ ਨਾ, ਜ਼ੁਬਾਨ ਆ, ਉਹ ਰਸ ਮਾਣਦੀ ਆ। ਜ਼ੁਬਾਨ ਦੇ ਵਿੱਚ ਕਿੰਨੇ ਪੁਆਇੰਟ ਪਾਏ ਨੇ, ਇੱਕ ਨਹੀਂ ਕਿੰਨੀ ਪੁਆਇੰਟ ਨੇਗੇ। ਉਹ ਬੋਲਦੀ ਵੀ, ਆਪਾਂ ਕੱਲ ਵੀ ਸੁਣਿਆ ਸੀ, ਉਹ ਬੋਲਣ ਤੋਂ ਭਾਵ ਉਦੋਂ ਅੱਗੇ ਭੋਜਨ ਨੂੰ ਅੱਗੇ ਸਪਲਾਈ ਕਰਦੀ ਆ, ਖਾਣ ਪੀਣ ਵਾਲੀਆਂ ਵਸਤੂਆਂ ਨੂੰ ਅੱਗੇ ਉਹ ਤੱਤਾ ਠੰਡਾ ਕੌੜਾ ਕਸੈਲਾ ਮਿੱਠਾ ਸਭ ਕੁਝ ਦੱਸਦੀ ਆ। ਇਹ ਅਲੱਗ-ਅਲੱਗ ਪੁਆਇੰਟ ਨੇ। ਜਿਹੜਾ ਪੁਆਇੰਟ ਜਿੱਥੇ ਲੋੜ ਪੈਂਦਾ ਜੀਭ ਉੱਥੇ ਵਰਤਦੀ ਆ। ਹੁਣ ਦੇਖੋ, ਜ਼ੁਬਾਨ ਸਾਡੇ ਸਰੀਰ ਦਾ ਅੰਗ ਉਹ ਆ ਜਿਹੜਾ ਹਰ ਇੱਕ ਰਸ ਨੂੰ ਮਾਨਣ ਤੇ ਦੱਸ ਦਿੰਦਾ ਗਾ। ਪਰ ਸੱਚ ਜਾਣਿਓ, ਇਹ ਜ਼ੁਬਾਨ ਨਾ ਇੱਕ ਦਿਨ ਰਸ ਦੱਸਦੀ ਨਹੀਂ ਹੈ। ਇਹ ਮਿੱਠਾ, ਇਹ ਵਕ-ਵਕਾ ਫਿੱਕਾ ਕਿਹੋ ਜਿਹਾ, ਉਹਦੇ ਬਾਰੇ ਇੱਕ ਦਿਨ ਨਹੀਂ ਦੱਸਦੀ। ਹਰ ਵਕਤ ਦੱਸਦੀ ਆ, ਪਰ ਇੱਕ ਦਿਨ ਉਹ ਆ ਜਿੱਦੇ ਇਹ ਜ਼ੁਬਾਨ ਦੱਸਦੀ ਨਹੀਂ ਹੈ। ਉਹ ਦਿਨ ਕਿਹੜਾ? ਜਿਸ ਦਿਨ ਅਸੀਂ ਬਿਮਾਰ ਹੋਈਏ, ਸਾਨੂੰ ਬੁਖਾਰ ਚੜਿਆ ਨਾ,
ਤੇ ਚੇਤਾ ਰੱਖਿਓ ਉਸ ਦਿਨ ਮਾਤਾ ਵੱਲੋਂ ਦੁੱਧ ਦਾ ਗਲਾਸ ਦਿੱਤਾ ਗਿਆ, ਕਹਿੰਦਾ ਜੀ ਮੈਨੂੰ ਵਧੀਆ ਨਹੀਂ ਲੱਗਦਾ, ਕੌੜਾ ਲੱਗਦਾ, ਮੈਨੂੰ ਸਵਾਦ ਦਾ ਪਤਾ ਨਹੀਂ ਲੱਗਦਾਗਾ। ਮਿੱਠਾ ਸੇਬ ਕੱਟ ਕੇ ਦਿੱਤਾ ਗਿਆ, ਨਹੀਂ ਕਹਿੰਦਾ ਮੈਨੂੰ ਸਵਾਦ ਨਹੀਂ ਆਉਂਦਾਗਾ, ਮੈਂ ਨਹੀਂ ਛਕਣਾਗਾ। ਮਾਂ ਕਹਿੰਦੀ ਕੋਈ ਨਾ ਛਕਲਾ, ਕੌੜਾ ਕਸੈਲਾ ਕਰਕੇ ਜਿਹੋ ਜਿਹਾ ਹੈ ਤੂੰ ਲੰਘਾ, ਆਧਾਰ ਹੋ ਜਾਊਗਾ, ਤੇਰੇ ਜੀਵਨ ਨੂੰ ਤਸੱਲੀ ਹੋ ਜਾਵੇਗੀ। ਨਹੀਂ, ਪਰ ਜਵਾਬ ਦੇ ਰਿਹਾ ਜਿਸ ਦਿਨ ਬਿਮਾਰ ਆ ਆਪਾਂ, ਜਿਸ ਦਿਨ ਸਾਨੂੰ ਬੁਖਾਰ ਚੜਿਆ ਹੋਇਆਗਾ। ਹੁਣ ਚੇਤਾ ਰੱਖਿਓ ਜਿਹੜੀ ਗੁਰਮੁਖਾਂ ਵਾਲੀ ਵਿਰਤੀ ਆ ਨਾ, ਉਹਦੇ ਵਿੱਚ ਕਦੇ ਬਿਮਾਰੀ ਨਹੀਂ ਆਉਂਦੀ, ਤੇ ਮਨਮੁਖਾਂ ਵਾਲੀ ਵਿਰਤੀ ਵਿੱਚ ਅਸੀਂ ਹਰ ਵਕਤ ਬਿਮਾਰ ਹਾਂ। ਹੁਣ ਇੱਥੇ ਬਿਮਾਰੀ ਤੋਂ ਭਾਵ ਕੀ ਹੈ? ਸਰੀਰਕ ਤਲ ਤੇ ਬਿਮਾਰ, ਜੀਭ ਤੋਂ ਪਤਾ ਲੱਗ ਗਿਆ, ਉਹ ਸਵਾਦ ਦੱਸਣੋਂ ਹਟ ਗਈ, ਭਾਵ ਉਹ ਕੋਈ ਵੀ ਸਵਾਦ ਨੂੰ ਸਹੀ ਢੰਗ ਨਾਲ ਦੱਸ ਨਹੀਂ ਰਹੀ। ਉੱਦਾਂ ਉਹਦਾ ਰੋਜ਼ ਦਾ ਕੰਮ ਆ, ਉਹ ਸਵਾਦ ਦੱਸਦੀ ਆ। ਇੱਕ ਦਿਨ ਉਹ ਬਿਮਾਰ ਹੋਣ ਤੇ ਨਹੀਂ ਦੱਸੇਗੀ, ਉਹਦੇ ਚੁੱਪ ਆ। ਇਵੇਂ ਜਿਵੇਂ ਸਾਡਾ ਜਿਹੜਾ ਮਨ ਆ ਨਾ, ਜਿਹੜਾ ਮਨ ਆ, ਮਨ ਨੂੰ ਅਸੀਂ ਗੁਰੂ ਨਾਲੋਂ ਪਾਸੇ ਕਰਕੇ, ਭਾਵ ਕੀ ਬਣ ਗਏ? ਮਨਮੁਖ। ਮਨਮੁਖ ਹੋਣ ਦੇ ਨਾਤੇ ਅਸੀਂ ਹੋ ਗਏ ਬਿਮਾਰ। ਹੁਣ ਜਿਹੜਾ ਗੁਰਬਾਣੀ ਦਾ ਰਸ ਸੀ ਉਹ ਮੰਨਣਾ ਸੀ ਜੀਭ ਰਾਹੀਂ। ਦੇਖੋ ਧਿਆਨ ਮਾਰ ਕੇ, ਗੁਰਬਾਣੀ ਦਾ ਰਸ ਜੀਵ ਨੇ ਹੀ ਦੱਸਣਾ ਸੀ ਸਾਨੂੰ, ਪਰ ਹੋਇਆ ਕਿ ਇਹ ਜੀਵ ਗੁਰਬਾਣੀ ਦਾ ਰਸ ਦੱਸਣੋਂ ਹਟ ਗਈ। ਫਿਰ ਉਦੋਂ ਬਾਅਦ ਗੁਰਬਾਣੀ ਦਾ ਰਸ ਮੰਨਣ ਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਸਰੀਰਕ ਰਸ ਮੰਨਣ ਦੇ ਲਈ ਤੈਨੂੰ ਜੀਭ ਦਿੱਤੀ ਆ, ਪਰ ਗੁਰਬਾਣੀ ਦਾ ਰਸ ਮੰਨਣ ਦੇ ਲਈ ਜੀਭ ਤੋਂ ਅੱਗੇ ਇੱਕ ਅੰਗ ਹੋਰ ਆ। ਉਹ ਕਿਹੜਾ? ਉਹ ਕੰਨ ਵੀ ਨੇ, ਅੱਖਾਂ ਵੀ ਆ, ਉਹ ਵੀ ਆਪੋ ਆਪਣਾ ਰੋਲ ਆ ਜਿਹੜਾ ਅਦਾ ਕਰਦੇ ਨੇ। ਫਿਰ ਕੰਨ ਕੀ ਹੈ? ਜੀਭ ਚੁੱਪ ਹੋ ਗਈ। ਜੀਭ ਨੇ ਜਵਾਬ ਦਿੱਤਾ, ਕਹਿੰਦੇ ਮੈਨੂੰ ਪੜ੍ਹਨਾ ਨਹੀਂ ਆਉਂਦਾ, ਮੈਂ ਨਹੀਂ ਬੋਲਣਾਗਾ। ਚੁੱਪ ਹੋ ਗਈ ਨਾ ਉਹ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਇਹਨੂੰ 2 ਮਿੰਟ ਦੱਬ ਕੇ ਰੱਖ, ਚੁੱਪ ਕਰ ਜਾ ਤੂੰ। ਫਿਰ ਕੀ ਕਰਨਾ? ਫਿਰ ਤੈਨੂੰ ਇੱਕ ਅੰਗ ਉਹ ਦਿੱਤਾ ਜਿਹੜਾ ਜੀਭ ਦਾ ਕੰਮ ਕਰ ਸਕਦਾਗਾ, ਸੁਣਨ ਦੇ ਨਾਲ ਵੀ ਤੈਨੂੰ ਰਸ ਮਿਲ ਸਕਦਾਗਾ। ਹੁਣ ਕਮਾਲ ਇਹ ਹੋ ਗਈ, ਨਾ ਜੀਭ ਨਾਲ ਬੋਲ ਕੇ, ਨਾ ਕੰਨਾਂ ਨਾਲ ਸੁਣ ਕੇ ਸਾਨੂੰ ਗੁਰਬਾਣੀ ਦਾ ਰਸ ਨਹੀਂ ਆਇਆ। ਹੁਣ ਇੱਥੇ ਇਹ ਨਹੀਂ ਹੈ ਵੀ ਸੇਬ 'ਚ ਮਿਠਾਸ ਨਹੀਂ ਹੈ, ਦੁੱਧ 'ਚ ਮਿਠਾਸ ਨਹੀਂ ਹੈ, ਕਿਸੇ ਵੀ ਬਣੇ ਹੋਏ ਪਦਾਰਥ ਵਿੱਚ ਸਵਾਦ ਨਹੀਂ ਹੈ। ਭੋਜਨ ਸਵਾਦ ਹੈ, ਪਰ ਸਰੀਰ ਬਿਮਾਰ ਸੀ, ਜੀਵ ਨੇ ਸਵਾਦ ਦੱਸਿਆ ਨਹੀਂ। ਹੁਣ ਇੱਥੇ ਇਹ ਨਹੀਂ ਹੈ ਵੀ ਗੁਰਬਾਣੀ ਵਿੱਚ ਰਸ ਨਹੀਂ ਹੈ। ਉਹ ਤਾਂ ਆਪਾਂ ਕੱਲ ਵੀ ਸੁਣਿਆ ਸੀ ਨਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਤੋਂ ਭਾਵ ਅੰਮ੍ਰਿਤ ਰਸ ਇੰਨੀ ਮਿੱਠੀ ਹੈ, ਇੰਨਾ ਸਵਾਦ ਹੈ, ਇਹਦੇ ਵਿੱਚ ਅੰਤ ਕੋਈ ਨਹੀਂ। ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਪਾਤਸ਼ਾਹ ਨੇ ਇੱਕ ਨਹੀਂ ਅਨੇਕਾਂ ਉਦਾਹਰਨਾਂ ਦਿੱਤੀਆਂ ਨੇ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ। ਪਾਤਸ਼ਾਹ ਨੇ ਦੱਸਿਆ ਨਾ ਵੀ ਬੰਦੇ ਦਾ ਜੀਵਨ ਅਨੇਕਾਂ ਰਸਾਂ ਨਾਲ ਜੁੜਿਆ ਹੋਇਆ, ਪਰ ਇਹ ਰਸ ਸਭ ਤੋਂ ਟੌਪ ਦਾ ਰਸ ਆ, ਵਧੀਆ ਰਸ ਹੈਗਾ। ਪਰ ਹੁਣ ਹੈਰਾਨੀ ਇਹ ਆ ਵੀ ਜਿਹੜੇ ਰਸ ਨੂੰ ਗੁਰੂ ਬੋਲ ਰਿਹਾ ਵੀ ਸਭ ਤੋਂ ਟੌਪ ਦਾ ਰਸ ਆ, ਨਾ ਸੋਨਾ ਪਹਿਨਣ 'ਚ, ਨਾ ਹੀਰੇ ਪਹਿਨਣ 'ਚ, ਨਾ ਚਾਂਦੀ ਪਹਿਨਣ 'ਚ, ਨਾ ਮਹਿੰਗੀਆਂ ਧਨਤਾਂ ਖਾਣ ਦੇ ਵਿੱਚ। ਕਹਿੰਦੇ ਨਾ ਲੋਕ ਜੀ ਮੈਂ ਤਾਂ ਸੋਨੇ ਦੀ ਭਸਮ ਵੰਨ ਖਾਨਾਗਾ, ਖਾਈ ਜਾ ਸਾਨੂੰ ਕੀ। ਇੱਥੇ ਤਾਂ ਬਾਬਾ ਫਰੀਦ ਸਾਹਿਬ ਵਰਗਿਆਂ ਨੇ ਰੁੱਖੀ ਰੋਟੀ ਦੇ ਵਿੱਚੋਂ ਵੀ ਸਵਾਦ ਆ ਜਿਹੜਾ ਉਹ ਅੰਮ੍ਰਿਤ ਦਾ ਲੈਤਾ ਗਾ। ਇਉਂ ਕਹਿ ਲਓ ਵੀ ਟੌਪ ਦਾ ਸਵਾਦ ਲੈਤਾ ਗਾ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜ਼ਿਕਰ ਕੀਤਾ ਨਾ ਰੁੱਖੀ ਸੁੱਖੀ ਦਾ। ਤੇ ਬਾਬੇ ਨਾਨਕ ਨੇ ਜਿੱਥੇ ਜਾ ਕੇ ਆਪਣਾ ਅੱਡਾ ਲਾਇਆ, ਉੱਥੇ ਇਹ ਤਾਂ ਹੈ ਨਹੀਂ ਸੀ ਬਾਬਾ ਨਾਨਕ ਪਹਿਲਾਂ ਫੋਨ ਕਰਦਾ ਸੀ, ਪਹਿਲਾਂ ਲੈਟਰ ਭੇਜਦਾ, ਚਿੱਠੀ ਭੇਜਦਾ ਸੀ ਵੀ ਮੇਰੇ ਵਾਸਤੇ ਵਧੀਆ ਭੋਜਨ ਹੋਵੇ। ਹਾਂ ਠੀਕ ਆ, ਆਪਣੇ ਘਰ ਦੇ ਵਿੱਚ ਬਾਬਾ ਨਾਨਕ ਹੈ, ਬੇਬੇ ਨਾਨਕੀ ਵੱਲੋਂ, ਮਾਤਾ ਸੁਲੱਖਣੀ ਵੱਲੋਂ, ਮਾਤਾ ਤ੍ਰਿਪਤਾ ਦੇਵੀ ਵੱਲੋਂ ਜੋ ਭੋਜਨ ਬਣਿਆ ਉਹ ਟੌਪ ਦਾ ਬਣਿਆ। ਐਸੀ ਗੱਲ ਨਹੀਂ ਵੀ ਨਹੀਂ ਸਰੀਰ ਨੂੰ ਚੰਗੇ ਭੋਜਨ ਦੀ ਲੋੜ ਆ, ਪਰ ਜਿੱਥੇ ਵੀ ਅੱਡਾ ਲਾਇਆ, ਜਿੱਥੇ ਵੀ ਪਾਤਸ਼ਾਹ ਗਏ, ਉੱਥੇ ਜਿਹੋ ਜਿਹਾ ਮਿਲਿਆ ਰੁੱਖਾ ਸੁੱਖਾ ਛਕਿਆ। ਇਹੀ ਆਪਾਂ ਪੜ੍ਹਦੇ ਹਾਂ ਨਾ। ਹੁਣ ਸੋਚੋ, ਇੱਥੇ ਭਾਵ ਗੁਰੂ ਨਾਨਕ ਸਾਹਿਬ ਨੇ ਮਹਿੰਗੀਆਂ ਭਸਮਾਂ ਦੀ ਗੱਲ ਨਹੀਂ ਕੀਤੀ, ਮਹਿੰਗੇ ਪਦਾਰਥਾਂ ਦੀ ਗੱਲ ਨਹੀਂ ਕੀਤੀ। ਜੇ ਗੱਲ ਕੀਤੀ ਹੈ ਨਾ ਤਾਂ ਉੱਥੇ ਗੁਰਬਾਣੀ ਦੇ ਰਸ ਨੂੰ, ਮਤਲਬ ਗਿਆਨ ਨੂੰ ਮਾਨਤਾ ਦਿੱਤੀ ਹੈ। ਹੁਣ ਸਾਡੀ ਜਦੋਂ ਗੱਲ ਗਿਆਨ ਤੇ ਆ ਗਈ ਨਾ, ਗੁਰਬਾਣੀ ਰਸ ਤੇ ਆ ਗਈ, ਉਦੋਂ ਸਾਡੀ ਜ਼ੁਬਾਨ ਚੁੱਪ ਹੋ ਜਾਂਦੀ ਹੈ। ਕਹਿੰਦੇ ਸਾਨੂੰ ਬੋਲਣਾ ਨਹੀਂ ਆਉਂਦਾ। ਨਾ ਜੀ, ਕੀ ਪਤਾ ਸੀ ਗਲਤ ਪੜ੍ਹ ਜੀਏ ਤੇ ਸਾਨੂੰ ਇਸ ਵਿਸ਼ੇ ਤੋਂ, ਗੁਰਬਾਣੀ ਨਾਲੋਂ ਸਾਡੇ ਸਮਾਜ ਦੇ ਵਿੱਚ ਆਪੂ ਬਣੇ ਜਿਹੜੇ ਨਾ ਬਾਬੇ ਨੇ, ਜਿਨ੍ਹਾਂ ਨੂੰ ਆਪਣਾ ਸਮਾਜ ਕਈ ਵਾਰ ਸੰਤ ਸਮਾਜ ਵੀ ਕਹਿੰਦਾ। ਵਾਹਿਗੁਰੂ ਭਲਾ ਕਰੇ, ਸੰਤ
बड़ी वड्डी मतलब कि एक पदवी आ। गुरबाणी विच सलाहिया ऐसी गल नहीं भी नहीं सलाहिया, पर वो संत कौन ने साडे लई? साडा गुरु संत है। कोट मध्य को बिरला सेवक की गल कीती आ। संत सेवक, सेवक भी करोड़ां दे विचों एक अद्धा संत दा, ते जे करोड़ां चों सेवक रब दा प्यारा एक अद्धा ना, संत तां बहुत थोड़े ने। जिन्ना सास गरास ना बिसरै। इत्थे थोड़ी जी विचार ना गरास की करनी आपां। कई बार ना सानू भुलेखा पैंदा भी गरास का मतलब की आ। सास साह, गरास ग्राही, ग्राही तो भाव रोटी, रोटी तो भाव रोजी। भाई कान सिंह नाभा जी ने अगे दे अगे अर्थ कीते ने। सास साह तो गल हो गई क्लीयर। गरास बहुते कहते ने साह अंदर नूं जांदा वो साह गा, जो बाहर नूं आउंदा वो गरास हुंदा। वाहिगुरू भला करे नहीं, शायद वो अपनी बनाई हुई कहानी हो सकती है, पर गुरमत नहीं मनदी गी। गुरमत की कहती है? सास अगे गरास। अगे तुसीं अर्थ कढ के वेखियो। सास तो भाव साह, गरास तो भाव ग्राही, बुरकी कह लो, रोटी कह लो। रोटी तो अगे रोजी। ते आपां जदों भी किसी नूं असीस दिंदे आ ना, जां गुरु तो मंग मंगदे आ, रोटी ते रोजी दी मंग मंगदे आ। रोटी रोजी, रोजी किरत, सास गरास। फिर पाशा जी कहंदे जिन्ना सास गरास ना विसरै, जिन्हां दे जीवन विच ना किरत करदे आ, ना भोजन खांदे आ जां भोजन कमाउंदे आ। किरत भोजन कमाउणा परिवार लई, अपने लई। हुण गुरु साहब जी कहंदे जिन्हां दा हर साह दे नाल रोजी रोटी करदे आ, कमाउंदे आ, वो वाहिगुरू विसरिया नहीं है। सरीरिक तल ते भावें दूर ने, पर आत्मक तल ते विसरे नहीं हन। जिन्ना सास गरास ना विसरै, हर नामा मन मंत, धन से सेई नानका, पूरन सोई संत। धन से सेई नानका, वो कौन ने? वो भाई धनता दे जोग ने, वो असली संत ने गे। हुण अज जिहड़ी आपां गल कहंदी संत समाज, मतलब संतां दा बग। बहुते मतलब कि पशुआं दे इकट्ठ नूं आपां आम तौर ते बग कह दिंदे आ। जिवें गावां दा वग आ रिहा, बकरियां भेडां दा इजड़ आ रिहा गा, है असली पिछे जावांगे तां वग ही बन जूगा। ते एक बीमारी भी चली सी ना, मिली वग। मिली उहदा नाम, मतलब को अगे दे अगे भाव थोड़े थोड़े गां वधी जाती हैगी। इन्ना वध जाती है पूरे दे पूरे पौधे नूं, वो दरख्त नूं खत्म कर दिंदी है। शायद उस मिली वग ने, वो संतां दे वग ने साडे समाज का नुकसान किया, जिन्हां ने उल्ट गुरबाणी दे अर्थ कर दिते। असली की सीगा? जिन्हां ने भाई रोजी रोटी कमाउंदे आ, किरत बिरत करदे आ, रब नूं कदे अपने ध्यान चों वसारिया नहीं है। वो ने असली रस दे मालक। असली अपनी गल की सी भी गुरबाणी दा रस ये नहीं है भी नहीं है, फिक्का गा, कौड़ा गा, वक वक्का, किसी तरह का सानू स्वाद आ जिहड़ा गुरबाणी दा वो अधूरा मिल गया। गुरबाणी दा स्वाद रस गुरु ने पूरा दिता गा, पर इत्थे कमजोरी साडी जीभ च हो सकती है। असीं बीमार हो सकते हैं, सानू बकारां दी बीमारी चढ़ी हुई आ। साडे कन्नां नूं गुरबाणी दा रस नहीं आया। गुरबाणी विच कोई कमी नहीं, पर असीं अंदरों बीमार हाँ। ताइयों साडे कन्नां ने ना सुन के अंदर मैसेज आ जिहड़ा वो सही नहीं पाया। गलत बात तां कहंदे सानूं तां समझ नहीं आउंदी, सानूं पता नहीं लगदा, सानूं कोई बिल्कुल जजमेंट नहीं हुंदी गी। जवाब दे दिता उत्ते, जीभ तो भी पासे हो गए ते कन्नां तो भी पासे हो गए। अच्छा अगली गल, कोई बाहरी तौर ते अखाड़े लावे ते आपां सुणदे आ ना, कन्न खोल खोल के बंदा हर गल सुनदा ध्यान दे नाल, जीव नाल कई बार बोलन भी लग जांदा। हालांकि वो गलत चीज़ गाउण वाला पहली बार साडे विहड़े च आके गा रहा, साडे समाज विच आके गा रहा गा, पहली बार असीं कन्नां नाल सुणिया, ते जिवें जिवें वो गा रहा ना साडी जीभ दुरहाउण भी लग जांदी है उवें। पर इत्थे आके कमजोरी बन जाती है भी जदों कन्न सुनते ने, जीभ बोलती नहीं है। बेशक असी अंदरले तल ते ही बोलीए, पर जरूर गुरु की बाणी का रस प्राप्त करना है। पर वो अपना पहला सवाल सी भी क्यों नहीं हुंदा, क्योंकि मन आ जिहड़ा वो साडे हर एक अंग दे विच छुपिया होया गा, लुकिया होया गा। मेरा मन कहंदा आ कुछ करा, मेरा मन कहंदा आ कुछ खावां, मेरा मन कहंदा आ नहीं पहनना, मेरा मन कहंदा आ पहनना, मेरा मन कहंदा इउं करा। हर गल मन दे आधार ते हुंदी है। चलो इत्थे एक सवाल थोड़ा जिहा होर, फिर आपां अगे चलदे हां।
जे मन इन्ना ही माड़ा फिर परमात्मा ने लाया क्यों, है ना। ਆਪਾਂ ਸਾਰੇ पढ़ते हैं ना गुरबाणी विच काम क्रोध लोभ मोह हंकार दी बड़ी नखेधी कीती है, पर नाल ही भी कहा कल्ले वो माड़े नहीं ते उन्हां बिना सरदा भी नहीं है। माया दी नखेधी कीती है पर नाल ही भी कहा माया बिना सरदा भी नहीं है। घर मकान के संबंधी गुरु ने बड़ा समझाया, महल मुनारे कच्चे ने इत्थे रह जाएंगे, पर गुरु कहना उन्हां बिना सरदा भी नहीं है। धी पुत बच्चे बच्चियां परथाए परिवार दे पथाए, समझाया भी किसी ने तेरा साथ नहीं देना, ये सब झूठे ने, पर नाल गुरु ने कहा इन्हां बिना सरदा भी नहीं। ये सारा भाव ब्योंतबंदी वो परमात्मा ने बनाई है, पर इन्ना तरीका दस्या भी ये रहना किवें है, परिवार च किवें रहना, माया नूं किवें वरतना, मन नूं किवें वरतना। जे मन इन्नी माड़ा ना फिर वो परमात्मा ने बनाया क्यों। काम क्रोध इन्नी माड़े है ना फिर बनाए क्यों, फिर उन्हां बिना गति भी नहीं है। हुण इत्थे गुरु साहब ने सानू वा जो दस्या वरतन दा ढंग दस्या, मन नूं वरतना किवें आ। मन नूं वरतना संसार मुताबक नहीं, इत्थे असलीयत निरंकार मुताबक बदलना। एक निरंकार है ना, एक संसार आ। संसार पिछे लग के नहीं चलना, निरंकार पिछे लग के चलना। वो आपां सुणदे हुंदे ना, बोलिया मन दा की समझाउणा, इधरों पट के इधर लाउणा। आ देली तो परां संसार है, देली तो उरा निरंकार है। निरंकार नूं पुछ के चलना, बस फिर जिंदगी सोहनी बन जाएगी। इन्ना की फर्क आगा। हुण अगे पातशाह जी कहंदे ने हिरदै रसन रसाए। जिहड़ी इत्थे तुक दे विच खास गल आ ना, वो ये आ, इत्थे रस दी गल जीव नाल जोड़ के नहीं कीती, इत्थे रस दी गल हिरदे नाल जोड़ के कीती आ, साडी सुरत नाल जोड़ के कीती आ। हिरदै रसन रसाए। फिर पातशाह अगे कहंदे ने हर रसन रसाए मेरे प्रभ भाए। जिन्हां ने अपने हिरदे दे विच उस अकाल पुरख वाहिगुरू जी दे रस नूं माणिया ना, उदां साडी जीभ रस नूं माणदी है। हर एक रस नूं स्वाद नूं जीभ माणदी, वो पहलां सुन लिया आपां। पर जिन्हां ने हिरदे दे विचों रस नूं माण लिया, फिर पातशाह ने अगे बख्शिश कीती है, कहंदे हर गुण भाए। कहंदे ओ भाई परमात्मा नूं चंगे लगण लग जांदे हन। हर एक बंदे दी भावना हुंदी है ना भी मैं अपने इलाके दे मोहतवार सज्जण दे अगे किवें चंगा बना, मैं पिंड अगे चंगा किवें बना। हर एक दी भावना। बच्चा मैं अपने टीचर अगे चंगा बन के किवें पेश होवां। एक नौं धी दी भावना, मैं अपनी सस अगे किवें चंगे रूप दे विच पेश होवां। ते फिर वो चंगे बनने दे लई जो सस नूं पसंद आ, जो टीचर नूं पसंद आ, जो मोहतवार सज्जण नूं किसे बड़े तो बड़े कहंदे कहाउंदे बंदे नूं जो पसंदी दे काम ने ना वो करदा, तां फिर पसंद हुंदा गा। इत्थे असीं गुरु नूं पसंद किवें हो सकदे आ? असीं गुरु नूं पसंद नहीं करना, गुरु सानूं पसंद करे तां लज्जता। ये तां गल सारी कहंदे गुरु मैनूं बहुत पसंदीदा, गुरु वर्गा होर कोई नहीं है, पर कह रहे हैं ईरखा खत्म नहीं हुई, कह रहे हैं गुरु दे आखे लगन नहीं लगेगे। हाँ, जिद्दे गुरु सानू पसंद करूगा वो दिन किद्दे आऊगा, ये उड़ीक करनी आपां। गुरु नू पसंद करना सौखा, पर गुरु दी पसंद बनना औखा। ये देखो आपां समझ गए ना आपां भी मान लो टीचर सानू पसंद करदा जां नहीं करदा, ये बड़ा औखा विषय। टीचर नूं पसंद करना बहुत सौखा। हुण एक भवरा ना वो फुੱਲ नूं पसंद करदा गा, पर फुੱਲ नूं पसंद करदा जां नहीं करदा, नहीं करदा। मछली पानी नाल प्यार करदी आ, एक दफ़ा प्यार आ ना, पर पानी मछली नाल प्यार नहीं करदा। किनारे ते वागी मच्छी किसे कारण चलेगी, वो पानी तो बाहर होगी ना, पर कदे भी पानी मच्छी तक नहीं पहुँच करदा गा। जे पानी मच्छी नूं प्यार करदा होवे ना तो मच्छी तक जा सकदा। हालांकि मच्छी पानी वल भजदी आ, मच्छी दा पानी वल भजना वो जमंदरू सुभाअ गा, भवरे दा फुੱਲ वल जाना वो जमंदरू सुभाअ गा। वो एक आपां उदाहरण लेती आ, पर इत्थे गुरु नूं पसंद हर कोई करदा। गुरु किहनूं पसंद करदा ये गुरु ही दसदा, ठीक है ना। हुण अगे पातशाह जिक्र करदे ने, कहंदे अन दिन भोग भोगे।
दिन रात अनेकां भोग भोगदा तूं। गुरु साहब सानू कहंदे हाँ आपां भोगदे आ, किन्ना कुछ खाने आ, किन्ना कुछ वेहने आ, किन्ना कुछ सुनदे आ। गुरु साहब कहंदे कोई गल नहीं, सब कुछ वेखना सुनना प्रवान है। बाणी च भी लिखा ना, खाना पीना पवित्र है, दितौन रिजक संभाहे। पर हुण गुरु साहब जी कहंदे सब कुछ हसंदे आ, खवंदे आ, पहनंदे आ, खलंदे आ, विचे होवे मुकत, हस भी खेड भी पैन भी चंगा खा भी। इत्थे सब कुछ चंगे दी गल कीती, चंगा खेड चंगा हस गा जो मर्जी कर, विचे होवे मुकत। सब कुछ दे विचे रहिंदे होया तू मुकत होना, वो किवें? गुरु दे आखे लग के। इत्थे अन दिन भोगे भोग सुख सोवै, अंदरों सुखी किवें हो सकते हैं? शब्द रह लिव लाए, अगे दस दिता शब्द नाल अपना ध्यान जोड़न करके। बस इन्नी कहानी आ। रह संसार च ही रहना, तू समुंदर दे विच ही है, पानी दे विच ही है, पर मुरगावी वांगू रहना सिख ला। संसार विच रहिंदियां होइयां ध्यान निरंकार ते रखना। वो आपां गल कीती सी ना, मन दा की समझाउणा, इधरों पत्त के इधरले पासे लाउणागा। भाव रहना संसार च ही आ, पर मन नूं अपने अंतर आत्मे नूं अपने ध्यान नूं गुरु ते टिका के रखना है। मेरा गुरु मेरे लिए की संदेश दिंदा, की उपदेश दिंदा, की वो कहंदा, ते गुरु जो कहंदा वो कदे भी गलत नहीं कहंदा। बस इन्ना विश्वास हो, जो गुरु कहंदा ना वो कदे भी गलत नहीं करन नूं कहंदा गा। लास्ट विच गुरु साहब जिक्र करदे ने, वड्डा भाग गुरु पूरा पाईए। मेरे वड्डे भागां दी निशानी हुण मैं पूरे गुरु नूं पा लिया। मैनूं माण इस गल ते, मेरे गुरु वर्गा होर कोई नहीं है। मेरा गुरु वो गुरु है जिन्हों बाणी विच ही लिखिया ना, बाबल मेरा वड समर्था। दुनिया दे जिन्ने गुरु ने ए तो जैड तक निगाह मार लो, एक नुक्कर तो दूजी नुक्कर तक निगाह मार के वेख लो, सारे गुरु अधूरे ने। सारिਆਂ च किते ना किते कमी आ, कोई ना कोई जरूर कमी आ, कोई ना कोई गलती हर एक च आ। पर मेरे गुरु च गलती कोई नहीं, हर एक कोई ना कोई ताकत तो हीणा, किसी ना किसी पक्षों वो कमजोर आ। हुण राम ते रावण की गल हुंदी है ना, राम अजाशी आ, इज्जत पक्षों घटिया गा, ਉਹਦੇ ਚ कमजोरी है। भावें सी राम सी, ਉਹ ਭਾਵੇਂ एक राजे का पुत, अमीर भी है ना, तो लोग रब भी मनते ने। अच्छा दूजे पासे रावण, रावण च तो कमी दसी नहीं गुरु साहब ने कोई। राम की कमी दसती, वो चाह कमी है पातशाह कहते, तो रावण की कमी ना कहते, रावण च यही जी कमी नहीं है। सीता नूं भावें चक के लै गया, पर वाहिगुरू भला करे वो मन च बुरा ख्याल नहीं आयागा, 0% भी। अच्छा कमी वो है, वो किहड़ी आ? वो बाबे नानक ने लिखती, कहते रावण की कमी ये सी, वो चंद्रा हंकारी सी, बस इन्नी की कमी सी। हंकार सुभाविक आ, क्यों? जिहड़े बंदे च कोई कमी ना होवे, हंकार उहदे घरे आई जांदा गा। बस जो सानू पता लगे भी साडे विच कमी कोई नहीं है, तो चेता रखियो हंकार की बजाय उदों निरंकार नाल ही जारी पै जे, फिर साडी जिंदगी चढ़दी कला जरूर होवेगी। फिर पातशाह ने उत्थे जिक्र की कीता, कहंदे रावण दे विच जिहड़ी कमी है ना, वो परमात्मा नूं नहीं, वो अपने आप नूं रब मानदा, बस आही कमी रह गई, उहदे च होर एक भी कमी नहीं है। जिहड़ा दूजे पासे रब कहाउंदा गा, ते ओह बहुत वड्डियां कमियां दा शिकार हो गया। इत्थे पातशाह लिखते हैं, कहते मेरे गुरु विच ना, मेरे गुरु राजे विच एक भी कमी नहीं है। वो तो थां ही नहीं है जिथे मैनूं नज़र पै जे मेरे गुरु विच आ कमी है। ताइयों मेरा गुरु बाबल मेरा वड समर्था, सारियां ताकतां दा मालक है। जे रावण नूं सुनदे आ ना भी वो तो भाई बहुत अमीर सी, उहदी लंका भी सोने दी आ, लंका गढ़ सोने का भया, तो इत्थे मेरा गुरु भी इन्ना अमीर आ, ਇਹਦੇ ਕੋਲੇ जो मंगांगे उही मिलता। वो कल सुना सी, मन चिंदिया फल पाया, जो चाहांगे वो मिल जाता गा। फिर पासे जिक्र करते हैं, सहजे सहज मिलिया जग जीवन, सहज सहज दे विच चलदियां चलदियां एक दिन जग जीवन दाता मैनू मिल पैंदा है। नानक सुन समाए, जिद्दे वो मिल पिया उदे मेरा जीवन ना सुनसान दे विच चला गया। सुनसान दे विच किवें चला गया? भाव इत्थे दुनिया दियां तरह तरह दियां बोलियां आवाज़ां वो मैनू सुननों हट गईयां। दुनिया दे चंगे चंगे चित्र ना, चंगियां चंगियां तस्वीरां अखां वेखदियां जरूर ने, पर अखां उन्हां ते असर नहीं करदियां।
दुनिया दे विच रहिंदियां होइयां हथ पैर हर एक थां ते जांदे ने पर उन्हां ते असर नहीं करदे। मतलब दुनिया दे विच रहिंदा होया मेरा पूरे दा पूरा तन मेरा मन फुरनियां तो रहत हो गया। फुरनियां तो रहत होण दी अवस्था नूं सुन समाध लगाइंदिया गल कीती आ। इत्थे सुन समाध ना लाउण वाली विरती नूं भाव बहुते लोकां ने गलत समझ लिया। कोई खड्डां च वड़ गया, खड्ड मींज भोरा, कोई पहाड़ दियां नुकरां ते जा चढ़िया कहंदा सुन समाध विच जाणागा, कोई किते वग गया, कोई किते वग गया। असली गल नूं समझण, फुरनियां तो रहत होना भोरे विच प्रवेश होना, फुरनियां तो रहत होना पहाड़ दी चोटी ते जाना, फुरनियां तो रहत होना जंगल विच वास होना। जंगल विच कोई नहीं ना अगे वेखण नूं ना पिछे कुछ नहीं है जो दुनिया दे हालात मैनूं बिगाड़ देण। बाबा नानक कहंदा फिर वो बंदा सुन समाध विच चला जांदा जिहड़ा भाई फुरनियां तो रहत हो जावे। ਉਹੀ ਬੰਦਾ ਗੁਰਮੁਖ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਫੁਰਨਿਆਂ ਤੋਂ ਰਹਿਤ ਹੋ ਜਾਵੇ। ਉਹ ਬੰਦਾ ਗੁਰਮੁਖ ਜਨ ਬਣ ਜਾਂਦਾ ਹੈ ਜਿਹੜਾ ਆਪਣੇ ਜੀਵਨ ਵਿੱਚੋਂ ਹੋਰਾਂ ਨੂੰ ਜੀਵਨ ਦੇਵੇ, ਮਤਲਬ ਆਪਣੇ ਵਰਗੇ ਹੋਰ ਪੈਦਾ ਕਰੇ। ਜਿਵੇਂ ਕਲਮ ਆ ਨਾ, ਤੇ ਕਲਮ ਦੀ ਉਦਾਹਰਨ ਆਪਾਂ ਬਹੁਤ ਵਾਰ ਲੈਤੀ ਆ ਵੀ ਜਿੰਨਾ ਟਾਈਮ ਉਹ ਕੱਟੀ ਨਹੀਂ ਜਾਂਦੀ ਉਹਨਾਂ ਟਾਈਮ ਕੁਝ ਲਿਖ ਨਹੀਂ ਸਕਦੀ। ਜਿੱਦੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਨਾ, ਇੰਨੇ ਪਿਆਰੇ ਪਿਆਰੇ ਸ਼ਬਦ ਮੇਰੇ ਬਾਬੇ ਨੇ ਲਿਖੇ ਜਾਂ ਲਿਖਵਾਏ ਨੇ, ਉਸ ਦਿਨ ਵੀ ਕਲਮਾਂ ਘੜੀਆਂ ਨੇ। ਭਾਈ ਵੰਨੋ ਵਰਗਿਆਂ ਦੀਆਂ ਡਿਊਟੀਆਂ ਲੱਗੀਆਂ ਨਾ, ਤੁਸੀਂ ਕਲਮਾਂ ਘੜ ਦੇਣੀਆਂ ਨੇ। ਤੇ ਹੁਣ ਕਲਮ ਨੇ ਪਹਿਲਾਂ ਆਪਣਾ ਸਿਰ ਕਲਮ ਕਰਾਇਆਗਾ, ਤੇ ਹੁਣ ਗੁਲਾਬ ਦੇ ਪੌਦੇ ਦੀ ਪਹਿਲਾਂ ਕਲਮ ਕੱਟੀ ਜਾਂਦੀ ਆ। ਕਲਮ ਕੱਟ ਕੇ ਉਹ ਕਲਮ ਨੂੰ ਦੱਬਿਆ ਜਾਂਦਾ, ਫਿਰ ਉਹ ਕਲਮ ਉਹ ਗੁਲਾਬ ਵਰਗਾ ਰੂਪ ਧਾਰਨ ਕਰਦੀ ਹੈ। ਫਿਰ ਆਪਣੇ ਵਿੱਚੋਂ ਅਨੇਕਾਂ ਕਲਮਾਂ ਨੂੰ ਜਨਮ ਦਿੰਦੀ ਹੈ ਤੇ ਨਾਲੇ ਫੁੱਲਾਂ ਨੂੰ, ਸੁਗੰਧੀ ਨੂੰ ਜਨਮ ਦਿੰਦੀ ਆ। ਤੇ ਇੱਕ ਕਲਮ ਜਿਹਨੂੰ ਆਪਾਂ ਕੁਰਬਾਨੀ ਕਹਿ ਦਿੰਦੇ ਆ, ਸੰਸਾਰ ਦੇ ਲਈ, ਦੇਸ਼ ਦੇ ਲਈ ਕਿਤੇ ਨਾ ਕਿਤੇ ਜਾ ਕੇ ਆਪਣਾ ਸਿਰ ਕਲਮ ਵੀ ਕਰਾਉਣਾ ਪੈ ਜਾਂਦਾ। 9ਵੇਂ ਪਾਤਸ਼ਾਹ ਨੇ ਵੀ ਕਰਮਾਇਆ ਤੇ ਆਪਾਂ ਨੂੰ ਪਤਾ 5ਵੇਂ ਪਾਤਸ਼ਾਹ ਨੇ ਵੀ, ਤੇ ਗੁਰੂ ਪਾਤਸ਼ਾਹ ਨੇ ਪੂਰੇ ਪਰਿਵਾਰ ਨੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਦਾ ਸਿਰ ਕਲਮ ਕਰਾਇਆ। ਜੇ ਸਿਰ ਕਲਮ ਕਰਾਇਆ ਨਾ ਤਾਂ ਅਸੀਂ ਜਿਉਂਦੇ ਹਾਂ, ਤਾਂ ਹੀ ਜੇ ਉਹਨਾਂ ਨੇ 9ਵੇਂ ਪਾਤਸ਼ਾਹ ਨੇ ਜੇ ਸਿਰ ਕਲਮ ਕਰਵਾਇਆ, ਕੁਰਬਾਨੀ ਦਿੱਤੀ, ਦੇਸ਼ ਦੇ ਲਈ ਕੁਝ ਕੀਤਾ। ਉਹ ਕਿਹਦੇ ਲਈ? ਜਿਹੜੇ ਅੱਜ ਸਾਲਾ ਮਾਰਦੇ ਨੇ, ਉਹਨਾਂ ਲਈ ਕੁਛ ਕੀਤਾ ਨਾ। ਤੇ ਚੇਤਾ ਰੱਖਿਓ, ਜੇ ਗੁਰੂ ਪਾਤਸ਼ਾਹ ਜੀ ਇਹ ਸ਼ਹਾਦਤ ਨਾ ਦਿੰਦੇ ਅੱਜ ਇਹਨਾਂ ਦਾ ਕੋਈ ਵਜੂਦ ਨਹੀਂ ਸੀ ਹੋਣਾ। ਜਿਹੜੇ ਕੇਵਲ ਤੇ ਕੇਵਲ ਸਿੱਖਾਂ ਨੂੰ ਮਾਰਨ ਦੇ ਲਈ ਤੁਲੇ ਪਏ ਨੇ, ਤਾਹਾਂ ਬੈਠੇ ਨੇ ਉੱਚੇ ਥਾਵਾਂ 'ਚ, ਉਹਨਾਂ ਦੀ ਗਿਣਤੀ ਵੱਧ ਆ ਨਾ, ਪਰ ਵਾਹਿਗੁਰੂ ਭਲਾ ਕਰੇ ਇੱਥੇ ਗਿਣਤੀ ਨਹੀਂ, ਗਿਣਤੀ ਤਾਂ ਭੇਡਾਂ ਦੀ ਬਹੁਤ ਜ਼ਿਆਦਾ ਹੁੰਦੀ ਆ, ਪਰ ਸ਼ੇਰ ਇੱਕੋ ਹੀ ਕਾਫੀ ਹੁੰਦਾ ਗਾ। ਪਰ ਉਹ ਇੱਕ ਅਲੱਗ ਵਿਸ਼ਾ ਗਾ, ਉਹ ਕਮਲੇ ਲੋਕ ਇਸ ਗੱਲ ਨੂੰ ਨਹੀਂ ਸਮਝਦੇਗੇ। ਲੋੜ ਪੈਗੀ ਨਾ ਉੱਥੇ ਸ਼ੇਰ ਇਕੱਲੇ ਹੀ ਕਾਫੀ ਆ, ਪਰ ਇੱਥੇ ਆਪਾਂ ਸਮਝਣਾਗਾ ਵੀ ਜਿਨ੍ਹਾਂ ਦੇ ਲਈ ਕੁਛ ਕੀਤਾ ਅੱਜ ਉਹਨਾਂ ਨੇ ਉਹਨਾਂ ਦੀ ਕਿੰਨੀ ਕੁ ਕਦਰ ਪਾਈ ਹੈਗੀ। ਹਾਲਾਂਕਿ ਉਹਨਾਂ ਨੂੰ ਇਹ ਚਾਹੀਦਾ ਸੀ ਹਰ ਇੱਕ ਦੇ ਗਲ ਵਿੱਚ ਜਨੇਊ ਲਮਕਣ ਦੀ ਬਜਾਏ ਨਾ, ਹਰ ਇੱਕ ਦੇ ਗਲ ਵਿੱਚ 9ਵੇਂ ਪਾਤਸ਼ਾਹ ਜੀ ਦੀ ਇੱਕ ਸ਼ਬਦ ਰੂਪੀ ਤਸਵੀਰ, ਸ਼ਬਦ ਜਾਂ ਇੱਕ ਤਸਵੀਰ ਲਟਕਾਈ ਹੁੰਦੀ। ਲੱਜਤ ਤਾਂ ਸੀ ਵੀ ਅਸੀਂ 9ਵੇਂ ਪਾਤਸ਼ਾਹ ਸ਼ਹਾਦਤ ਨੂੰ ਕਦੇ ਨਹੀਂ ਭੁੱਲ ਸਕਾਂਗੇ ਜਿਨ੍ਹਾਂ ਨੇ ਸਾਡਾ ਵਜੂਦ ਸੰਭਾਲਿਆ। ਤੇ ਨਹੀਂ ਅੱਜ ਉਹਨਾਂ ਦਾ ਕੁੱਲ ਨਸਲ ਜਾਤ ਪਾਤ ਸਭ ਖਤਮ ਹੋਣੀ ਸੀਗੀ ਜਿਹੜੇ ਸਾਲਾ ਮਾਰਦੇ ਨੇ। ਕਹਿਣ ਤੋਂ ਭਾਵ 3 ਕਲਮਾਂ ਦਾ ਜ਼ਿਕਰ ਆਉਂਦਾ ਗੁਰਬਾਣੀ 'ਚ। ਕਲਮ ਦੇ ਕੱਟਣ ਵਾਲੇ ਪੌਦੇ ਦੀ, ਉਹ ਅੱਗੇ ਆਪਣੇ ਵਰਗਾ ਪੌਦਾ ਵੀ ਹੋਰ ਕਲਮ ਤੋਂ ਪੈਦਾ ਕਰਦਾ, ਫੁੱਲ ਸੁਗੰਧੀ ਵੀ। ਤੇ ਇੱਕ ਕਲਮ ਲਿਖਣ ਵਾਲੀ, ਉਹ ਕਲਮ ਫਿਰ ਬਹੁਤ ਸੋਹਣਾ ਸੋਹਣਾ ਲਿਖਦੀ ਆ ਜਿਹੜੀ ਘੜੀ ਜਾਵੇ ਜਿਹਨੇ ਸਿਰ ਕਲਮ ਕਰਾ ਲਿਆ। ਤੇ ਇੱਕ ਕਲਮ ਕੁਰਬਾਨੀ ਸ਼ਹਾਦਤ, ਉਹ ਵੀ ਦੇਣ ਤੋਂ ਬਿਨਾਂ ਕੌਮ ਦੀ ਜੜ 'ਚ ਪਾਣੀ ਨਹੀਂ ਪੈ ਸਕਦਾ। ਸ਼ਾਇਦ ਇੱਥੇ ਆਪਣੀ ਸਮਾਪਤੀ ਆ। ਅੱਜ ਉਹ ਵਕਤ ਆ ਗਿਆ, ਲੋੜ ਹੈ ਕੌਮ ਨੂੰ ਸ਼ਹਾਦਤ ਦੀ ਸਿਰ ਕਲਮ ਕਰਾਉਣ ਦੀ। ਉਹ ਜ਼ਰੂਰਤ ਇਤਿਹਾਸ ਪੜ੍ਹ ਕੇ, ਗੁਰਬਾਣੀ ਪੜ੍ਹ ਕੇ ਸਾਡੇ ਵਿੱਚ ਪੈਦਾ ਹੋਵੇਗੀ। ਸੋ ਸਭ ਦਾ ਧੰਨਵਾਦ। ਇੱਥੋਂ ਤੱਕ ਵਿਚਾਰਾਂ ਸਮਾਪਤ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।